ਵਾਹਿਗੁਰੂ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਿਤਾ ਜੀਉ ਪਿੰਡ ਸਭ ਤੇਰਾ, ਤੂੰ ਅੰਤਰਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹਿ ਜਨ ਨਾਨਕ, ਜਿਹਾ ਤੂੰ ਕਰਾਹੇ ਤਿਹਾ ਹਉ ਕਰੀ ਵਖਿਆਣ। ਦਾਸਨ ਦਾਸ ਕਹਿ ਜਨ ਨਾਨਕ, ਜਿਹਾ ਤੂੰ ਕਰਾਹੇ ਤਿਹਾ ਹਉ ਕਰੀ ਵਖਿਆਣ। ਗੁਰ ਨਾਨਕ ਪਦ ਪੰਕਜ ਬੰਧਨ ਪਾਦ ਪੰਕਜ ਬੰਧਨ। ਸਿਮਰੋ ਅੰਗਦ ਦੁਖ ਨਿਕੰਦਨ। ਗੁਰ ਅਮਰਦਾਸ ਹਿਰਦੈ ਨਿਤ ਧਿਆਉ, ਹਿਰਦੈ ਨਿਤ ਧਿਆਉ। ਗੁਰ ਰਾਮਦਾਸ ਗੁਣ ਗਾਉ, ਗੁਰ ਅਰਜਨ ਬਿਘਨ ਕੇ ਨਾਸਕ, ਬਿਘਨ ਕੇ ਨਾਸਕ। ਗੁਰ ਹਰਿਗੋਬਿੰਦ ਸੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਨਾਮ ਮੋਰੀ। ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਗੁਰ ਗੋਬਿੰਦ ਸਿੰਘ ਬਿਸਾਲਾ, ਤਰੁਣ ਤਾਰਾ ਪਾਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸ਼ਾ, ਤਰੁਣ ਤਾਰਾ ਪਾਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸ਼ਾ। ਜਿਸ ਮੈਂ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋ ਕਾਰੇ ਅਨੁਰਾਗ।
ਏਕ ਓੰਕਾਰ ਸਤਿਗੁਰੂ ਜੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਬਿਘਨ ਬਿਨਾਸਣ ਸੋਏ। ਏਕ ਓੰਕਾਰ ਸਤਿਗੁਰੂ ਜੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਬਿਘਨ ਬਿਨਾਸਣ ਸੋਏ। ਵਾਹਿਗੁਰੂ ਜੀ ਏਕ ਨਿਸਾ ਕੁਰਮੈ ਪੁਰਮਾਹੀ। ਰਹੇ ਪ੍ਰਭੂ ਜਿਹੇ ਭਿਖ ਦੁਖ ਜਾਹੀ। ਭਏ ਤਿਆਰ ਚਲਣੇ ਕੋ ਜਬਹੀ। ਗੋਰਖ ਦਇ ਦਿਖਾਈ ਤਬਹੀ। ਪਰਮ ਸਨਮਾਨਯੋਗ ਸਤਿਗੁਰੂ ਜਬਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜੂਰ ਜਹਰਾ ਜਹੂਰ ਸ਼ਬਦ ਗੁਰੂ ਜੁਗੋਂ ਜੁਗ ਅਟਲ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀ ਜਨੋ, ਆਪ ਜੀ ਵੱਡੇ ਭਾਗਾਂ ਵਾਲੇ ਹੋ ਜੋ ਸਤਿਕਾਰਯੋਗ ਪੂਜਨੀਕ ਧੰਨ ਮਾਤਾ ਰਾਜ ਕੌਰ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਸ਼ਾਮਾਂ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਆਓ ਰੋਜ਼ਾਨਾ ਦੀ ਤਰ੍ਹਾਂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਚੱਲ ਰਹੀ ਲੜੀਵਾਰ ਇਤਿਹਾਸ ਕਥਾ ਦੇ ਨਾਲ ਅਗਲੇਰੀ ਸਾਂਝ ਪਾਉਣ ਤੋਂ ਪਹਿਲਾਂ ਅਸੀਸ ਬਖਸ਼ਿਸ਼ ਕਰੋ ਜੀ। ਰਸਨਾ ਨੂੰ ਕਰੋ ਪਵਿੱਤਰ, ਜਿਤਨੇ ਵੀ ਜੁੜ ਬੈਠੇ ਹੋ ਲਵਾਓ ਹਾਜ਼ਰੀ ਸਾਰੇ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਏਕ ਨਿਸਾ ਕੁਰਮੈ ਪੁਰਮਾਹੀ। ਰਹੇ ਪ੍ਰਭੂ ਜਿਹੇ ਭਿਖ ਦੁਖ ਜਾਹੀ। ਕਵਿਰਾਜ ਕਵੀ ਸੰਤੋਖ ਸਿੰਘ ਜੀ ਅੱਗੇ ਲਿਖ ਰਹੇ ਨੇ ਕਿ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਭਾਈ ਬਾਲਾ ਜੀ ਨੇ ਭਾਈ ਮਰਦਾਨਾ ਜੀ ਦੇ ਸਰੀਰ ਦਾ ਸੰਸਕਾਰ ਕੀਤਾ। ਇੱਕ ਰਾਤ ਉੱਥੇ ਖੁਰਮਪੁਰ ਗੁਰੂ ਸਾਹਿਬ ਜੀ ਰਹੇ। ਭਏ ਤਿਆਰ ਚਲਣੇ ਕੋ ਜਬਹੀ। ਗੋਰਖ ਦਇ ਦਿਖਾਈ ਤਬਹੀ। ਰਾਤ ਗੁਰੂ ਸਾਹਿਬ ਜੀ ਉਸ ਚਿਖਾ ਦੇ ਕੋਲ ਬੈਠੇ ਰਹੇ। ਸਵੇਰੇ ਉੱਥੋਂ ਚੱਲਣ ਦੀ ਤਿਆਰੀ ਕੀਤੀ ਕਿ ਸਤਿਗੁਰੂ ਜੀ ਕਹਿੰਦੇ ਨੇ ਭਾਈ ਬਾਲਿਆ ਚੱਲ ਹੁਣ ਚੱਲੀਏ। ਇਹਨੇ ਨੂੰ ਸਾਹਮਣੇ ਗੋਰਖਨਾਥ ਜਿਹੜਾ ਜੋਗੀ ਹੈ ਉਹ ਨਜ਼ਰੇ ਆਇਆ, ਗੁਰੂ ਸਾਹਿਬ ਦੇ ਕੋਲ ਪਹੁੰਚਿਆ ਹੈ। ਕਸ਼ੁਕ ਸਿੱਧ ਜਿਹੇ ਸੰਗ ਹੈ, ਕਹੀ ਆਦੇਸ਼ ਆਦੇਸ਼। ਇਹ ਗੋਰਖਨਾਥ ਦੇ ਨਾਲ ਕੁਝ ਹੋਰ ਵੀ ਸਿੱਧ ਨੇ। ਗੋਰਖਨਾਥ ਨੇ ਆਦੇਸ਼ ਆ ਕੇ ਬੁਲਾਈ ਹੈ, ਬਾਕੀ ਸਾਰਿਆਂ ਨੂੰ ਵੀ ਆਦੇਸ਼ ਆਦੇਸ਼ ਕੀ। ਸਤਿਗੁਰੂ ਜੀ ਨੂੰ ਝੁਕ ਕੇ ਨਮਸਕਾਰ ਕੀਤੀ। ਏਕ ਓੰਕਾਰ ਆਦੇਸ਼ ਹੈ, ਬੋਲੇ ਸ੍ਰੀ ਜਗਤੇਸ਼। ਤੇ ਧੰਨ ਗੁਰੂ ਨਾਨਕ ਸਾਹਿਬ ਜੀ ਅੱਗੋਂ ਫਿਰ ਬਚਨ ਕਰਦੇ ਨੇ ਭਈ ਆਦੇਸ਼ ਉਸ ਏਕ ਓੰਕਾਰ ਨੂੰ, ਨਮਸਕਾਰ ਪਰਮੇਸ਼ਰ ਨੂੰ। ਸਿੱਧ ਸਭ ਬੈਠੇ ਬਚਨ ਅਲਾਏ, ਕੈਸੇ ਦੁਰਮਤ ਤਿਆਗੀ ਜਾਏ। ਸਤਿਗੁਰੂ ਜੀ ਨੇ ਨਾ ਸਿੱਧਾਂ ਨੂੰ ਜੀ ਆਇਆ ਕਿਹਾ, ਕੋਲ ਬਿਠਾਇਆ ਹੈ। ਤੇ ਸਤਿਗੁਰੂ ਜੀ ਦੇ ਕੋਲ ਬੈਠ ਕੇ ਜਿਹੜਾ ਸਿੱਧ ਗੋਰਖਨਾਥ ਹੈ ਉਹ ਸਤਿਗੁਰੂ ਜੀ ਨੂੰ ਕੁਝ ਸਵਾਲ ਪੁੱਛਦਾ ਹੈ। ਤੇ ਵਿੱਚੋਂ ਕਈਆਂ ਨੇ ਕਈ ਸਵਾਲ ਪੁੱਛੇ। ਗੋਰਖਨਾਥ ਕਹਿੰਦਾ ਹੈ ਕਿ हे ਪ੍ਰਭੂ ਜੀ ਕਿਰਪਾ ਕਰੋ, ਇਹ ਦੱਸੋ ਕੈਸੇ ਦੁਰਮਤ ਤਿਆਗੀ ਜਾਏ। ਦੁਰਮਤ ਦਾ ਤਿਆਗ ਕਿਵੇਂ ਕੀਤਾ ਜਾਏ। ਦੁਰਮਤ ਭੈੜੀ ਮਤ,
ਭੈੜੀ ਮੱਤ ਕਿਵੇਂ ਛੱਡੀ ਜਾਏ। ਕਿਹ ਬਿਦ ਦੁਨੀਆ ਦੁੱਤਰ ਤਰੈ, ਕਿਉਂ ਕਰ ਜੀਵਤ ਜਗ ਮਹਿ ਮਰੈ। ਦੂਸਰਾ ਸਵਾਲ ਪੁੱਛਿਆ, ਕਿਹ ਬਿਦ ਦੁਨੀਆ ਦੁੱਤਰ ਤਰੈ। ਦੁੱਤਰ ਕਹਿੰਦੇ ਨੇ ਬੜਾ ਔਖਾ, ਨਾ ਤਰਿਆ ਜਾਣ ਵਾਲਾ ਜਿਹੜਾ ਦੁਨੀਆ ਦਾ ਸੰਸਾਰ ਰੂਪੀ ਜਿਹੜਾ ਸਮੁੰਦਰ ਹੈ, ਇਹ ਕਿਵੇਂ ਤਰਿਆ ਜਾਏ। ਤੀਸਰਾ ਸਵਾਲ ਕਰਦੇ ਨੇ, ਕਿਉਂ ਕਰ ਜੀਵਤ ਜਗ ਮਹਿ ਮਰੈ, ਕਿ ਤੁਸੀਂ ਇੱਕ ਬਚਨ ਕੀਤਾ ਸੀ ਕਿ ਜਿਉਂਦਿਆਂ ਜੀ ਜਿਹੜਾ ਮਰ ਜਾਵੇ ਇਸ ਵਿੱਚ ਸਾਈਂ ਦੇ ਦਰ ਤੇ ਪ੍ਰਵਾਨ ਹੋਏ, ਤੇ ਸੰਸਾਰ ਵਿੱਚ ਜਿਉਂਦਿਆਂ ਜੀ ਕਿਵੇਂ ਮਰਿਆ ਜਾ ਸਕਦਾ ਹੈ ਕਿ ਸਰੀਰ ਚੱਲਦਾ ਫਿਰਦਾ ਰਹੇ ਪਰ ਬੰਦਾ ਮਰਿਆ ਹੋਵੇ, ਇਹ ਕਿਵੇਂ ਮਰਿਆ ਜਾ ਸਕਦਾ ਹੈ। ਕੈਸੇ ਸੱਚ ਸੋ ਹੋਏ ਪਛਾਨੇ, ਕਿਸ ਪ੍ਰਕਾਰ ਮਗ ਲੈਵੈ ਜਾਣੇ। ਔਰ ਇਹ ਸਵਾਲ ਕੇਵਲ ਉਹਨਾਂ ਸਿੱਧਾਂ ਦੇ ਨਹੀਂ, ਅਸਲ ਵਿੱਚ ਸਾਡੇ ਸਾਰਿਆਂ ਲਈ ਨੇ। ਅਸੀਂ ਸਾਰੇ ਗੁਰੂ ਸਾਹਿਬ ਤੋਂ ਸਵਾਲ ਪੁੱਛੀਏ ਔਰ ਹਰ ਰੋਜ਼ ਪੁੱਛੀਏ ਕਿ ਸਤਿਗੁਰੂ ਜੀ ਕਿਰਪਾ ਕਰੋ, ਸੱਚ ਨੂੰ ਕਿਵੇਂ ਪਛਾਣੀਏ। ਭਾਵੇਂ ਸਾਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਇਸ ਪਾਵਨ ਬਚਨ ਦੀ ਵਿਆਖਿਆ ਕਰਦੀ ਹੈ ਕਿ ਕਿਵੇਂ ਸਚਿਆਰਾ ਹੋਈ ਹੈ, ਕਿਵੇਂ ਕੂੜਾ ਟੁੱਟਾ ਪਾਰ। ਸਚਿਆਰ ਕਿਵੇਂ ਬਣੀਏ, ਕੂੜ ਦੀ ਕੰਧ ਕੂੜ ਦੇ ਪਾਲ ਕਿਵੇਂ ਟੁੱਟੇ। ਇਹ ਸਿੱਧ ਸਵਾਲ ਕਰਦੇ ਨੇ ਕਿ ਸਤਿਗੁਰੂ ਜੀ ਕਿਰਪਾ ਕਰੋ ਦੱਸੋ, ਕੈਸੇ ਸੱਚ ਸੋ ਹੋਏ ਪਛਾਨੇ, ਕਿ ਸੱਚ ਤੋਂ ਜਾਣ ਪਛਾਣ ਕਿਵੇਂ ਹੋ, ਸੱਚ ਨਾਲ ਸਾਂਝ ਕਿਵੇਂ ਪਵੇ। ਕਿਸ ਪ੍ਰਕਾਰ ਮਗ ਲੈਵੈ ਜਾਣੇ, ਉਹ ਕਿਹੜਾ ਤਰੀਕਾ ਹੈ ਕਿ ਜਿਹਦੇ ਨਾਲ ਇਹ ਰਸਤਾ ਲੱਭ ਜਾਏ, ਕਿ ਜਿਹੜੇ ਰਸਤੇ ਤੇ ਚੱਲ ਕੇ ਸੱਚ ਨਾਲ ਜੁੜਿਆ ਜਾਏ। ਹੋਤ ਰੇਖੇ ਕੈ ਬਸੇ ਕਹਿ ਭਾਂਤੀ, ਕਹਿਤੇ ਮਨ ਮਾਨੇ ਹੈ ਸ਼ਾਂਤੀ। ਫਿਰ ਅਗਲਾ ਸਵਾਲ ਨਾਲ ਹੀ ਕਰਦੇ ਨੇ, ਸਤਿਗੁਰੂ ਜੀ ਇਹ ਵੀ ਕਿਰਪਾ ਕਰਕੇ ਦੱਸੋ, ਇਹ ਜਿਹੜੀਆਂ ਇੰਦਰੀਆਂ ਨੇ ਇਹ ਕਿਹੜੇ ਕਰਕੇ ਵਸ ਹੋ ਸਕਦੀਆਂ ਨੇ, ਕਿਵੇਂ ਵਸ ਕੀਤੀਆਂ ਜਾ ਸਕਦੀਆਂ ਨੇ। ਕਿਸ ਤਰ੍ਹਾਂ ਇਹ ਜਿਹੜਾ ਮਨ ਹੈ ਮੰਨ ਜਾਵੇ ਤੇ ਮਨ ਦੇ ਵਿੱਚ ਸ਼ਾਂਤੀ ਪ੍ਰਾਪਤ ਹੋ ਜਾਏ। ਕੈਸੇ ਰੂਪ ਕਿਤੋਂ ਵਿਸਤਾਰੂ, ਕਰਪੇ ਜੋਗ ਸੋ ਕੌਣ ਉਚਾਰੂ। ਇਹ ਸਵਾਲ ਲਗਾਤਾਰ ਕਰਦੇ ਨੇ ਕਿ ਸਤਿਗੁਰੂ ਜੀ ਕਿਰਪਾ ਕਰਕੇ ਇਹ ਵੀ ਸਮਝਾਓ ਕਿ ਉਸ ਪਰਿਪੂਰਨ ਪਰਮਾਤਮਾ ਦੇ ਰੂਪ ਦਾ ਵਿਸਤਾਰ ਕਿਸ ਤਰ੍ਹਾਂ ਕੀਤਾ ਜਾ ਸਕਦਾ ਹੈ। ਯੋਗ ਕਮਾਉਣ ਦੀ ਉਹ ਕਿਹੜੀ ਯੁਗਤ ਹੈ ਜਾਂ ਕਿਹੜਾ ਯੋਗ ਕਮਾਉਣਾ ਚਾਹੀਦਾ ਹੈ ਕਿ ਜਿਹਦੇ ਨਾਲ ਪਰਮੇਸ਼ਰ ਦੀ ਪ੍ਰਾਪਤੀ ਹੋਵੇ। ਕਹਿਤੇ ਆਵੈ ਕਿਸ ਮਹਿ ਜਾਈ, ਕਹਾਂ ਸਮਾਵੇ ਦੇਹੁ ਬਤਾਈ। ਫਿਰ ਅਗਲਾ ਸਵਾਲ ਕੀਤਾ ਕਿ ਇਹ ਪ੍ਰਭੂ ਕਿਰਪਾ ਕਰਕੇ ਇਹ ਵੀ ਦੱਸੋ ਕਿ ਇਹ ਜਿਹੜਾ ਮਨੁੱਖ ਹੈ ਜਾਂ ਮਨੁੱਖ ਵਿੱਚ ਜਿਹੜੀ ਜੀਵ ਆਤਮਾ ਹੈ ਇਹ ਆਈ ਕਿੱਥੋਂ, ਕਿਹਤੇ ਆਵੇ, ਆਉਂਦੀ ਕਿੱਥੋਂ ਹੈ। ਕਿਸ ਮਹਿ ਜਾਈ ਤੇ ਜਾ ਕੇ ਸਮਾ ਕਿਹਦੇ ਵਿੱਚ ਜਾਂਦੀ ਹੈ। ਕਹਾਂ ਸਮਾਵੇ ਦੇਹੁ ਬਤਾਈ, ਜਾਂਦੀ ਕਿੱਥੇ ਹੈ, ਕਿਹਦੇ ਵਿੱਚ ਸਮਾਉਂਦੀ ਹੈ। ਕਿਰਪਾ ਕਰਕੇ ਸਾਨੂੰ ਗੱਲ ਸਮਝਾਓ, ਦੱਸ ਦਿਓ। ਸੁਣਕਾਰ ਸਿੱਧਨ ਕੇ ਅਸਬਾਨੀ, ਉੱਤਰ ਕਹਿਓ ਦੁਰਤ ਗੁਣ ਖਾਨੀ। ਕਹਿੰਦੇ ਸਿੱਖਾਂ ਦੇ ਸਾਰੇ ਸਵਾਲ ਸੁਣ ਕੇ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਉੱਤਰ ਕਹਿਓ ਤੁਰਤ ਗੁਣ ਖਾਨੀ, ਉਸੇ ਵੇਲੇ ਤੁਰਤ ਉੱਤਰ ਦਿੱਤਾ ਔਰ ਕੱਲੇ ਕੱਲੇ ਸਵਾਲ ਦਾ ਉਸੇ ਤਰ੍ਹਾਂ ਦਿੱਤਾ ਜਿਵੇਂ ਸਵਾਲ ਕੀਤੇ। ਗੁਰਮਤਿ ਲੈ ਦੁਰਮਤ ਤਬ ਦੇਨੀ, ਦੁਸਤਰ ਤਰੇ ਨਾਮ ਮਤ ਭਿੰਨੀ। ਪਹਿਲਾ ਸਵਾਲ ਸੀ ਕਿ ਦੁਰਮਤ ਕਿਵੇਂ ਛੱਡੀ ਜਾਏ, ਭੈੜੀ ਮਤ ਕਿਵੇਂ ਛੱਡੀਏ। ਸਤਿਗੁਰੂ ਜੀ ਕਹਿੰਦੇ ਨੇ ਫਿਰ ਭਾਈ ਸਿੱਧੋ ਸੁਣੋ, ਗੁਰਮਤਿ ਲੈ ਦੁਰਮਤ ਤਬ ਦੇਨੀ। ਬਸ ਗੁਰੂ ਦੇ ਮੱਤ ਲਈਏ, ਗੁਰੂ ਨੂੰ ਧਾਰਨ ਕਰ ਲਈਏ ਤੇ ਦੁਰਮਤ ਆਪੇ ਨਿਕਲ ਜਾਏਗੀ। ਦੁਰ ਦਾ ਅਰਥ ਭੈੜੀ, ਗੁਰੂ ਦੇ ਮੱਤ ਲਈਏ ਤੇ ਭੈੜੀ ਮੱਤ ਆਪੇ ਨਿਕਲ ਜਾਏਗੀ। ਔਰ ਸਤਿਗੁਰੂ ਜੀ ਨੇ ਪਾਵਨ ਬਚਨ ਕਹੇ ਨੇ
ਇਹ ਜਿਹੜੀ ਮਨ ਦੀ ਮੱਤ ਹੈ ਇਹਨੂੰ ਦੁਰਮਤ ਕਿਹਾ ਹੈ। ਔਰ ਗੁਰੂ ਸਾਹਿਬ ਜੀ ਕਹਿੰਦੇ ਨੇ ਮਨ ਕੇ ਮਤ ਤਿਆਗੋ ਹਰ ਜਨ। ਇਹ ਸਵਾਲ ਕੀਤਾ ਕਿ ਮਨ ਦੀ ਮੱਤ ਦੁਰਮਤ ਕਿਵੇਂ ਛੱਡੀ ਜਾਏ। ਗੁਰੂ ਸਾਹਿਬ ਜੀ ਕਹਿੰਦੇ ਭਾਈ ਛੱਡ ਦਿਓ। ਕਿਵੇਂ ਛੱਡੀਏ ਜੀ? ਨਾਲ ਗੁਰੂ ਸਾਹਿਬ ਨੇ ਕਿਰਪਾ ਇਹ ਵੀ ਕੀਤੀ ਕਿ ਆਪਣੇ ਆਪ ਛੱਡੀ ਵੀ ਨਹੀਂ ਜਾਂਦੀ। ਮਨ ਕੇ ਮਤ ਤਿਆਗੋ ਹਰ ਜਨ, ਇਹ ਬਾਤ ਕਠੈਨੀ। ਸਤਿਗੁਰੂ ਜੀ ਕਹਿੰਦੇ ਭਾਈ ਇਹ ਗੱਲ ਹੈ ਬੜੀ ਔਖੀ। ਹੁਣ ਜੇ ਮਨ ਦੇ ਮਤ ਦੇ ਵਿਚਾਰ ਕਰੀਏ, ਮੇਰੇ ਖਿਆਲ ਕਿਤਾਬ ਲਿਖਣੀ ਹੋਵੇ ਨਾ ਵੱਡੀ ਸਾਰੀ ਕਿ ਮਨ ਦੀ ਮਤ ਕਿਹੜੀ ਕਿਹੜੀ ਹੈ, ਵੱਡੀ ਕਿਤਾਬ ਲਿਖੀ ਜਾ ਸਕਦੀ ਹੈ। ਆਪਾਂ ਆਮ ਤੌਰ 'ਤੇ ਮਨਮਤੀਆ ਕਿਹਨੂੰ ਕਹਿੰਦੇ ਹਾਂ ਜੀ? ਜਿਹਨੇ ਖੰਡੇ ਬਾਟੇ ਦੀ ਪਹੁ ਨਾ ਲਈ ਹੋਵੇ, ਛੇਤੀ ਨਾਲ ਸ਼ਬਦ ਵਰਤੇ ਜਾਂਦੇ ਨੇ ਕਿ ਮਨਮਤੀਆ ਹੈ ਵੀ। ਕੋਈ ਕਿਸੇ ਮੜੀ ਤੇ ਦੀਵਾ ਜਗਾਉਂਦਾ ਹੋਵੇ, ਰੁੱਖ ਦੇ ਧਾਗਾ ਬਣਦਾ ਹੋਵੇ, ਆਪਾਂ ਕਹਿ ਦਿੰਦੇ ਮਨਮਤੀਆ। ਬਿਲਕੁਲ ਹੈ ਮਨਮਤੀਆ। ਪਰ ਇੱਕ ਵਿਚਾਰ ਕਰਕੇ ਦੇਖੇ ਕਿ ਆਪਾਂ ਜਿਨ੍ਹਾਂ ਨੇ ਖੰਡੇ ਬਾਟੇ ਦੀ ਪਹੁ ਲਈ ਹੈ, 5 ਕਕਾਰ ਵੀ ਪਾਏ ਨੇ, ਜਿਹੜਾ ਬੰਦਾ ਕਿਤੇ ਵੀ ਮੜੀ ਮਸਾਣੀ ਦੇ ਮੱਥਾ ਕਦੇ ਨਹੀਂ ਟੇਕਦਾ, ਕਿਸੇ ਦੇਹਧਾਰੀ ਦੀ ਮੜੀ ਤੇ ਵੀ ਨਹੀਂ ਜਾਂਦਾ, ਦੇਹਧਾਰੀ ਨੂੰ ਵੀ ਨਹੀਂ ਮੰਨਦਾ, ਤੇ ਆਪਾਂ ਉਹਨੂੰ ਕੀ ਕਹਾਂਗੇ? ਗੁਰਮੁਖ ਹੈ। ਉਹਦੇ ਵਿੱਚ ਮਨ ਦੀ ਮੱਤ ਨਹੀਂ। ਇਹਨਾਂ ਕੁਝ ਚਲੋ ਕਰ ਲਿਆ, ਪਰ ਜਿੱਦਣ ਵਿਆਹ ਹੋਇਆ, ਕਿੱਦਣ ਆਪਣੇ ਘਰ ਵਿੱਚ ਪ੍ਰੋਗਰਾਮ ਹੋਏ, ਜਿੱਦਣ ਬੋਤਲਾਂ ਖੁੱਲੀਆਂ, ਤੇ ਉਹ ਮੱਤ ਕਿੰਦੀ ਹੈ ਜੀ? ਉਹ ਮੱਤ ਗੁਰੂ ਦੀ ਤੇ ਨਹੀਂ ਨਾ। ਇਹ ਮੱਤ ਆਪਣੀ ਹੈ, ਮਨ ਦੀ ਮੱਤ ਹੈ। ਜਿੱਦਣ ਕਿਸੇ ਦਾ ਪਲਾਟ ਦੱਬ ਲਿਆ, ਕਿਸੇ ਨਾਲ ਹੇਰਾ ਫੇਰੀ ਕਰ ਲਈ, ਕਿਸੇ ਦਾ ਹੱਕ ਮਾਰ ਲਿਆ, ਉਦੋਂ ਮੱਤ ਗੁਰੂ ਦੀ ਤੇ ਨਹੀਂ ਨਾ। 5 ਕਕਾਰ ਤੇ ਪਾਏ ਨੇ, ਕਿਤੇ ਮੜੀ ਤੇ ਨਹੀਂ ਜਾਂਦਾ, ਪਰ ਹੱਕ ਤੇ ਮਾਰ ਲਿਆ। ਹੁਣ ਕਹਿਣ ਤੋਂ ਭਾਵ ਮਨ ਦੇ ਮੱਤ ਵਿੱਚ ਬੜਾ ਕੁਝ ਹੁੰਦਾ ਹੈ। ਕੇਵਲ ਖੰਡੇ ਬਾਟੇ ਦੀ ਪਹੁ ਲੈ ਲੈਣੀ, ਇਹਦਾ ਮਤਲਬ ਇਹ ਨਹੀਂ ਕਿ ਅਸੀਂ ਮਨ ਦੀ ਮੱਤ ਛੱਡ ਦਿੱਤੀ ਹੈ। ਔਰ ਗੁਰੂ ਸਾਹਿਬ ਨੇ ਜਿਹੜੇ ਪਾਵਨ ਬਚਨ ਕਹੇ ਨੇ ਬਿਲਕੁਲ ਹਕੀਕਤ ਹੈ। ਇਹ ਬਾਤ ਕਠੈਨੀ, ਮਨ ਦੀ ਮੱਤ ਛੱਡਣੀ ਹੈ ਬੜੀ ਔਖੀ। ਜਿੰਨਾ ਮਰਜ਼ੀ ਕਹੇ ਕਿ ਅਸੀਂ ਤਾਂ ਗੁਰਮਤਿ ਦੇ ਮੁਤਾਬਕ ਹੀ ਚੱਲ ਰਹੇ ਹਾਂ, ਪਰ ਜਦੋਂ ਸਮਾਂ ਹੁੰਦਾ ਫਿਰ ਉਦੋਂ ਕਹਿੰਦੇ ਕਿ ਅੱਜ ਦਾ ਦਿਨ ਚਲੋ ਮਨ ਦੀ ਵਰਤ ਲਈਏ, ਅੱਜ ਦਾ ਦਿਨ ਮਨ ਦੇ ਪਿੱਛੇ ਲੱਗ ਜਾਈਏ। ਪਰ ਗੁਰੂ ਸਾਹਿਬ ਜੀ ਕਿਰਪਾ ਕਰਕੇ ਸਮਝਾਉਂਦੇ ਨੇ ਭਾਈ ਹੈ ਤਾਂ ਗੱਲ ਔਖੀ, ਪਰ ਮਨ ਦੇ ਛੱਡ ਮੱਤ ਛੱਡ। ਤੇ ਜੇ ਮਨ ਦੀ ਮੱਤ ਛੱਡਣੀ ਹੈ ਤਾਂ ਲੈਣੀ ਕਿਹੜੀ ਹੈ? ਸਤਿਗੁਰੂ ਜੀ ਨੇ ਪਾਵਨ ਬਚਨ ਬਾਣੀ ਵਿੱਚ ਕਹੇ ਨੇ ਕਿ ਗੁਰ ਸਤਿਗੁਰ ਕੀ ਮੱਤ ਲੈਣੀ, ਗੁਰੂ ਦੀ ਮੱਤ ਲੈਣੀ ਹੈ। ਉਹਦੇ ਤੇ ਸਤਿਗੁਰੂ ਜੀ ਜਵਾਬ ਦੇ ਰਹੇ ਨੇ ਵੀ ਗੁਰਮਤਿ ਲੈ ਦੁਰਮਤ ਤਬ ਦੇਨੀ। ਗੁਰੂ ਧਾਰਨ ਕਰੋ ਵੀ ਗੁਰੂ ਦੀ ਮੱਤ ਲਵੋ, ਦੁਰਮਤ ਆਪੇ ਨਿਕਲ ਜਾਏਗੀ। ਦੁਸਤਰ ਤਰੇ ਨਾਮ ਮਤ ਭਿੰਨੀ। ਦੂਸਰਾ ਸਵਾਲ ਸੀ ਦੁਸਤਰ, ਜਿਹੜਾ ਬੜਾ ਔਖਾ ਨਾ ਤਰਿਆ ਜਾਣ ਵਾਲਾ ਸੰਸਾਰ ਸਾਗਰ ਹੈ, ਇਹਨੂੰ ਕਿਵੇਂ ਤਰੀਏ? ਸਤਿਗੁਰੂ ਕਹਿੰਦੇ ਤਰਿਆ ਜਾਏਗਾ ਭਾਈ, ਟੁੱਬੇ ਮਾਰ ਤਰਿਆ ਜਾਏਗਾ, ਪਰ ਭਰੋਸਾ ਰੱਖਦੇ ਇਹਦੇ ਵਾਸਤੇ ਕੁਝ ਨਾ ਕੁਝ ਕਰਨਾ ਤੇ ਪਏਗਾ। ਸੰਸਾਰ ਸਾਗਰ 'ਚ ਟੁੱਬੇ ਮਾਰੇਗਾ ਤੇ ਡੁੱਬ ਜਾਏਗਾ, ਪਰ ਕੁਝ ਕਰਨਾ ਪਏਗਾ ਜਿਹਦੇ ਨਾਲ ਤਰਿਆ ਜਾ ਸਕਦਾ। ਉਹ ਕੀ ਕਰਨਾ ਪਏਗਾ? ਦੁਸਤਰ ਤਰੇ ਨਾਮ ਮਤ ਭਿੰਨੀ। ਮਤ ਜਿਹੜੀ ਗੁਰੂ ਦੇ ਨਾਮ ਵਿੱਚ ਭਿੱਜ ਜੇ, ਉਹ ਫਿਰ ਜਪਣਾ ਤੇ ਪਏਗਾ। ਵਾਹਿਗੁਰੂ 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 ਵਾਹਿਗੁਰੂ। ਫਿਰ ਉਹ ਗੁਰੂ ਗੁਰੂ ਤੇ ਜਪਣਾ ਪਏਗਾ। ਸਤਿਗੁਰੂ ਜੀ ਕਹਿੰਦੇ ਤਰਿਆ ਜਾਏਗਾ। ਗੁਰ ਕਾ ਸ਼ਬਦ ਹਿਰਦੇ ਮਹਿ ਧਰਿਆ, ਜੀਵਤ ਮ੍ਰਿਤਕ ਬਹੁਰ ਨ ਮਰਿਆ। ਤੀਸਰਾ ਸਵਾਲ ਸੀ ਕਿ ਸਤਿਗੁਰੂ ਜੀ ਕਿਰਪਾ ਕਰਕੇ ਦੱਸੋ ਜਿਉਂਦਿਆਂ ਜੀ ਮਰਿਆ ਜਾ ਸਕਦਾ ਤੇ ਮਰਿਆ ਜਾ ਸਕਦਾ ਕਿਵੇਂ ਮਰਿਆ ਜਾਏ? ਸਤਿਗੁਰੂ ਜੀ ਕਹਿੰਦੇ ਨੇ ਗੁਰ ਕਾ ਸ਼ਬਦ ਹਿਰਦੇ ਮਹਿ ਧਰਿਆ। ਬਸ ਗੁਰੂ ਦੇ ਸ਼ਬਦ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰ ਲਏ।
ਹੁਣ ਧਾਰਨ ਕਰਨ ਦਾ ਮਤਲਬ ਇਹ ਨਹੀਂ ਕਿਤੇ ਲਿਖ ਕੇ ਅੰਦਰ ਪਾ ਲਓ। ਧਾਰਨ ਕਰਨ ਦਾ ਮਤਲਬ ਹੈ ਕਿ ਜਿੰਨਾ ਸ਼ਬਦ ਸੁਣਿਆ ਬਸ ਉਹ ਇੰਨਾ ਕੁ ਚੇਤੇ ਰਵੇ ਕਿ ਗੁਰੂ ਸਾਹਿਬ ਜੀ ਨੇ ਕਿਹਾ ਹੈ। ਦੇਖੋ ਪੰਕਤੀ ਭਾਵੇਂ ਯਾਦ ਨਾ ਰਵੇ ਪਰ ਸਿਧਾਂਤ ਤੇ ਯਾਦ ਰਵੇ ਕਿ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ। ਇਹ ਚੇਤੇ ਕਿ ਹੱਕ ਕਿਸੇ ਦਾ ਨਹੀਂ ਮਾਰਨਾ, ਗੁਰੂ ਦਾ ਸ਼ਬਦ ਅੰਦਰ ਧਾਰਨ ਕਰ ਲਿਆ। ਹੁਣ ਸਤਿਗੁਰੂ ਜੀ ਕਹਿੰਦੇ ਨੇ ਗੁਰੂ ਦੇ ਸ਼ਬਦ ਨੂੰ ਅੰਦਰ ਧਾਰਨ ਕਰ ਲਈਏ। ਜੀਵਤ ਮ੍ਰਿਤਕ ਉਹ ਜਿਉਂਦਾ ਮਰ ਸਕਦਾ ਹੈ, ਔਰ ਮਰਦਾ ਵੀ ਐਸਾ ਕਿ ਬਹੁਰ ਨਾ ਮਰਿਆ ਦੁਬਾਰੇ ਕਦੇ ਮਰਨਾ ਹੀ ਨਹੀਂ ਪੈਂਦਾ। ਸਤਿਗੁਰੂ ਜੀ ਨੇ ਪਾਵਨ ਵਚਨ ਬਾਣੀ ਦੇ ਵਿੱਚ ਕਹੇ ਨੇ, ਸ਼ਬਦ ਮਰੋ ਫਿਰ ਜੀਵੋ ਸਦੀ। ਸ਼ਬਦ ਦੇ ਵਿੱਚ ਮਰ ਜਾਓ, ਆਪਣੇ ਮੈਂ ਨੂੰ ਹੋਵੇ ਨੂੰ ਮਾਰ ਦਿਓ, ਫਿਰ ਕਦੇ ਮੌਤ ਹੋਵੇਗੀ ਨਹੀਂ। ਕਿਹੜੀ ਮੌਤ? ਆਤਮਿਕ ਮੌਤ, ਕਿਉਂਕਿ ਸਰੀਰ ਨੇ ਤਾਂ ਮਰਨਾ ਹੈ, ਪਰ ਆਤਮਿਕ ਮੌਤ ਜਿਹੜੀ ਉਹ ਕਦੇ ਨਹੀਂ ਹੋਵੇਗੀ। ਗੁਰਮੁਖ ਲੇਵੇ ਸਾਚ ਪਛਾਨੇ, ਗੁਰਮੁਖ ਖੋਜਤ ਮਗ ਕੋ ਜਾਣੇ। ਹੁਣ ਸੱਚ ਨੂੰ ਕਿਵੇਂ ਪਛਾਣਨਾ ਹੈ? ਗੁਰਮੁਖ ਹੋ ਕੇ, ਗੁਰੂ ਦੀ ਮੱਤ ਲੈ ਕੇ। ਗੁਰਮੁਖ ਲੇਵੇ ਸੱਚ ਪਛਾਣੇ, ਗੁਰੂ ਧਾਰਨ ਕਰੇ, ਗੁਰਮੁਖ ਹੋ ਜਾਵੇ ਤੇ ਸੱਚ ਨੂੰ ਪਛਾਣਿਆ ਜਾ ਸਕਦਾ ਹੈ। ਗੁਰਮੁਖ ਖੋਜਤ ਮਗ ਕੋ ਜਾਣੇ, ਗੁਰਮੁਖ ਹੋ ਕੇ ਜਿਹੜਾ ਖੋਜੇਗਾ ਇਸ ਰਸਤੇ ਨੂੰ ਜਾਣ ਲਏਗਾ। ਔਰ ਸਤਿਗੁਰੂ ਜੀ ਨੇ ਪਾਵਨ ਬਚਨ ਕਹੇ ਨੇ, ਔਰ ਗੁਰੂ ਸਾਹਿਬ ਜੀ ਦਾ ਉਹ ਪਾਵਨ ਬਚਨ ਭਾਵੇਂ ਗਿਆਨੀ ਗਿਆਨ ਸਿੰਘ ਦਾ ਲਿਖਿਆ ਹੋਇਆ ਆਪਾਂ ਰੋਜ਼ ਪੜ੍ਹਦੇ ਵੀ ਹਾਂ ਕਿ ਭਈ ਇਸ ਰੱਬ ਨੂੰ, ਪਰਮੇਸ਼ਰ ਨੂੰ ਮਿਲਣਾ ਤੇ ਖੋਜ ਸ਼ਬਦ ਮੈਂ ਲੈ। ਜੇ ਪ੍ਰਭੂ ਨੂੰ ਮਿਲਣਾ ਚਾਹੁੰਦਾ ਫਿਰ ਖੋਜ ਪਈ। ਸਤਿਗੁਰੂ ਜੀ ਕਹਿੰਦੇ ਨੇ ਖੋਜੇਂਗਾ ਇਸ ਰਸਤੇ ਨੂੰ ਲੱਭ ਲੇਗਾ। ਗੁਰਮੁਖ ਹੋ ਕੇ ਖੋਜੇ। ਮਨ ਮਾਰੇ ਇੰਦਰੀ ਬਸ ਹੋਈ, ਮਨ ਤੇ ਮਨ ਮਾਨਤ ਹੈ ਸੋਈ। ਹੁਣ ਇਹਨਾਂ ਦਾ ਅਗਲਾ ਸਵਾਲ ਸੀ ਕਿ ਸਤਿਗੁਰੂ ਜੀ ਇਹ ਇੰਦਰੀਆਂ ਵਸ ਵਿੱਚ ਕਿਵੇਂ ਆਉਣ? ਨਹੀਂ ਹੁੰਦੀਆਂ, ਬੜਾ ਔਖਾ ਹੈ। ਇੰਦਰੀਆਂ ਨੂੰ ਜਿਵੇਂ ਮਰਜ਼ੀ ਰੋਕ ਟੋਕ ਕੇ ਸਰੀਰ ਨੂੰ ਗੁਰੂ ਘਰ ਤੱਕ ਤੇ ਲੈ ਆਈਦਾ ਹੈ, ਸੰਗਤ ਵਿੱਚ ਵੀ ਬੈਠ ਜਾਂਦਾ ਹੈ, ਪਰ ਇੰਦਰੀਆਂ ਫਿਰ ਵੀ ਵਸ ਵਿੱਚ ਨਹੀਂ। ਸਰੀਰ ਬੈਠਾ ਹੈ, ਬਾਕੀ ਇੰਦਰੀਆਂ ਵਸ ਵਿੱਚ ਨਹੀਂ, ਮਨ ਹੋਰ ਪਾਸੇ ਭੱਜਿਆ ਫਿਰਦਾ ਹੈ। ਔਰ ਸਤਿਗੁਰੂ ਜੀ ਕਹਿੰਦੇ ਨੇ ਇਹ ਇੰਦਰੀਆਂ ਜਿਵੇਂ ਤੁਸੀਂ ਹੱਠ ਯੋਗ ਨਾਲ ਵਸ ਵਿੱਚ ਕਰਦੇ ਹੋ ਨਾ, ਇਵੇਂ ਵਸ ਵਿੱਚ ਆਉਂਦੀਆਂ ਨਹੀਂ। ਹੱਠ ਯੋਗ ਨਾਲ ਨਹੀਂ, ਫਿਰ ਕਰਨਾ ਕੀ ਹੈ? ਕਹਿੰਦੇ ਮਨ ਮਾਰੇ ਇੰਦਰੀ ਬਸ ਹੋਈ, ਮਨ ਨੂੰ ਮਾਰ ਦਿਓ। ਹੁਣ ਇਹ ਸ਼ਬਦ ਆਪਾਂ ਬੜੀ ਵਾਰੀ ਵਰਤਦੇ ਹਾਂ। ਬੱਚਿਆਂ ਨੂੰ ਜਦੋਂ ਕਹੀਦਾ ਕਿ ਫਲਾਣਾ ਕੰਮ ਕਰ, ਅੱਗੋਂ ਜਵਾਬ ਮਿਲਦਾ ਕਿ ਮਨ ਨਹੀਂ ਕਰਦਾ ਕੰਮ ਕਰਨਾ। ਵੀ ਜੇ ਕਾਮਯਾਬ ਹੋਣਾ ਤੇ ਫਿਰ ਮਨ ਮਾਰ ਕੇ ਕੰਮ ਕਰ, ਕਰੇਂਗਾ ਤੇ ਕਾਮਯਾਬ ਹੋਏਗਾ। ਬਸ ਗੁਰੂ ਸਾਹਿਬ ਜੀ ਕਹਿੰਦੇ ਨੇ ਮਨ ਨੂੰ ਮਾਰ ਲੈ ਤੇ ਇੰਦਰੀ ਵਸ ਵਿੱਚ ਆ ਸਕਦੀ ਹੈ, ਨਹੀਂ ਤਾਂ ਇੰਦਰੀਆਂ ਨੇ ਤਾਂ ਸਭ ਨੂੰ ਵਸ ਵਿੱਚ ਕੀਤਾ ਹੀ ਹੈ। ਇੰਦਰੀ ਵਸ ਨਹੀਂ ਹੋਣਾ, ਇੰਦਰਜੀਤ ਬਣਨਾ ਹੈ, ਇੰਦਰੀ ਨੂੰ ਜਿੱਤਣ ਵਾਲੇ ਬਣਨਾ ਹੈ। ਤਾਂ ਉਹ ਤਾਂ ਜਿੱਤਿਆ ਜਾਣਾ ਜੇ ਮਨ ਨੂੰ ਮਾਰ ਲਿਆ, ਮਨ ਨੂੰ ਜਿੱਤ ਲਿਆ। ਔਰ ਬਾਣੀ ਵਿੱਚ ਗੁਰੂ ਸਾਹਿਬ ਜੀ ਕਹਿੰਦੇ ਨੇ ਮਨ ਜੀਤੇ ਜਗ ਜੀਤ। ਕੱਲੀਆਂ ਇੰਦਰਾ ਕੀ ਪੂਰੇ ਸੰਸਾਰ ਨੂੰ ਜਿੱਤ ਲਿਆ ਜੇ ਮਨ ਨੂੰ ਜਿੱਤ ਲਿਆ। ਮਨ ਮਾਰੇ ਇੰਦਰੀ ਬਸ ਹੋਈ, ਮਨ ਤੇ ਮਨ ਮਾਨਤ ਹੈ ਸੋਈ। ਬਸ ਮਨ ਕਰਕੇ ਇਹ ਇੰਦਰੀਆਂ ਮੰਨਦੀਆਂ ਨੇ। ਮਨ ਨੂੰ ਮਾਰਦੀਆਂ ਤੇ ਇੰਦਰੀਆਂ ਆਪੇ ਵਸ ਵਿੱਚ ਨੇ। ਕਥਨੇ ਤੇ ਅਕਥ ਤੇ ਰੂਪਾ, ਨਿਰੰਕਾਰ ਜਿਹੇ ਚਰਤ ਅਨੂਪਾ। ਹੁਣ ਅਗਲਾ ਸਵਾਲ ਇਹਨਾਂ ਕੀਤਾ ਸੀ, ਉਹ ਜਿਹੜਾ ਇੱਕ ਓਂਕਾਰ ਤੁਸੀਂ ਕਹਿੰਦੇ ਹੋ ਉਹਨੂੰ ਕਿੰਨਾ ਕੁ ਕਥਨ ਕੀਤਾ ਜਾ ਸਕਦਾ ਹੈ? ਉਹਦਾ ਰੂਪ ਕੈਸਾ ਹੈ? ਸਤਿਗੁਰੂ ਕਹਿੰਦੇ ਨੇ ਕਥਨੇ ਤੇ ਅਕਥ ਤੇ ਰੂਪਾ, ਉਹਦਾ ਰੂਪ ਕਥਨ ਨਹੀਂ ਕੀਤਾ ਜਾ ਸਕਦਾ। ਜਿਹੜੇ ਉਹਦੇ ਅਨੂਪ ਨੇ, ਉਹਦੇ ਚਰਿੱਤਰ ਨੇ ਨਿਰੰਕਾਰ ਜਿਹੇ ਚਰਤ ਅਨੂਪਾ, ਉਹਦੇ ਚਰਿੱਤਰ ਵੀ ਬੜੇ ਅਨੂਪ ਨੇ। ਉਹਦੇ ਨਾ ਤਾਂ ਉਪਮਾ ਕਿਸੇ ਨਾਲ ਦਿੱਤੀ ਜਾ ਸਕਦੀ ਹੈ, ਨਾ ਉਹਦੇ ਗੁਣਾਂ ਨੂੰ, ਉਹਦੇ ਚਰਿੱਤਰਾਂ ਨੂੰ ਵਰਣਨ ਨਹੀਂ ਕੀਤਾ ਜਾ ਸਕਦਾ ਹੈ। ਔਰ ਸਤਿਗੁਰੂ ਜੀ ਨੇ ਪਾਵਨ ਬਚਨ ਬਾਣੀ ਵਿੱਚ ਕਹੇ ਨੇ ਕਿ ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ। ਤੇ ਕਿਉਂ ਨਹੀਂ ਗਾਏ ਜਾ ਸਕਦੇ?
ਕਹਿੰਦੇ ਤੂੰ ਸਾਹਿਬ ਊਚ ਭਗਵਾਨਾ, ਤੂੰ ਠਾਕੁਰ ਊਚ ਭਗਵਾਨਾ। हे मेरे मालक, तू बड़ा ऊंचा है, बड़ा बड़ा है। जेह बा एक कवण गुण कहिए, बेशुमार बेअंत स्वामी, तेरा अंत न किन्हू लहिए। तू बेशुमार है, तेरा अंत पाए नहीं जा सकता। एक जीव नाल किहड़े किहड़े गुण कह गई। और धन गुरु नानक साहिब जी ने जपजी साहिब दे विच ते भी पावन बचन कहे ने भी एक जिब ते गल छड्ड दिओ, 20 हो जाण, 20 ਲੱਖ हो जाण। वो लखा जिब्बा वार वार उस परमेश्वर का नित नवा नाम जपन, उनके नाम ही नहीं गिने जा सकते। उनके चरित्रों को वर्णन करना तो कितों बड़ी दूर की गल है, नहीं किए जा सकते। सतगुरु का पावन बचन आप सबनों चेते है, एक दूजे वो लख हूँ है, लख होवे लख वीस, लख लख गेड़ा आखिए एक नाम जगदीश। सतगुरु कहते उनके चरित्र, उनका रूप वो कथन तो परे है, उपमा तो परे है। निस दिन जप निरंकार को, इसते परे न कार। सतगुरु कहते हैं भाई सिद्धो, जे कोई कार करनी है ना, बस निस दिन उस निरंकार नूं दिन रात उन्होंने जप, उन्होंने सिमर। इस तो वड्डी होर कोई कार नहीं, उन्होंने सिर्फ जप। क्योंकि उन्होंने जप के उनका रूप तो हो सकने, उनके विच मिल ते सकने, पर उनका अंत नहीं पाया जा सकता। हुक्मे आवे हुक्मे जाए, हुक्म समाए विचार। हुण इन्हां ने यह सवाल किया सी कि यह जीव आउंदा कित्थों है, जांदा कित्थे, किंदे विच जाके समा जाता है। कहते आवे कह रहे, कह माहे समाई। ये जीव, ये जिंद आउंदे कितों है, जिन्होंने जीव आत्मा क्या है, ये जाते कितने, फिर किंदे विच समा जाती है। बस सतगुरु जी कहते हैं समझ लो कि उनके हुक्म विच ही आउंदा है, हुक्म विच चले जाता है। हुक्म आवे जावे, हुक्म समाए विचार। बस उनके हुक्म दे विच ही समा जाता है। सुन गोरख पुन बचन उचारे, मेले अचल चलो संगारे। सतगुरु के पावन बचन सुन के, प्रश्नों के उत्तर लैके गोरखनाथ ने फिर हाथ जोड़े कि सतगुरु जी कृपा करो, चलो तुहानू अचल बटाले ले चलिए, उत्थे मेला लग्या हुआ है। बूझो गुरु कितक सो दूरन, कब को मेला होवे पूरन। हुण सतगुरु जी बगदाद तो थोड़ी दूर ते आए ने, जिथे बैठे हुए ने। हुण सतगुरु जी कहते हैं भाई अचल बटाला तो किन्नी को दूर है, तो ये जिहड़ा मेला है ये कदों तक रहना है, कदों तक मेला खत्म हो जाना है। कष्ट सहस है पंथ दुहेला, कल को मेला होए सकेला। हुणे गोरखनाथ कहता कि ये जिहड़ा पैंडा है 600 कोह दा है, तो मेला भी कल शाम तक खत्म हो जाना है। 600 कोह जाना तो कल शाम तक, क्योंकि जिहड़ा बगदाद है, भाई साहब जी पूछते सन, ये इराक दे विच है। सतगुरु जी इराक दे विच बैठे ने, 600 कोह इत्थे आउणा है, रस्ता बड़ा औखा है। सिद्ध कहते हैं कि कल नूं मेला भी खत्म हो जाना है। सुन गोरख तुम अजमत वाना, उड़ कर जाहे बेग तहताना। ये सुन के सतगुरु जी मुस्कराए ते कहते गोरखनाथ कोई तुसी ताकत वाले, करामत वाले। हुण देखो करामत ही लेना, और इवें दी करामत ने जिन्होंने गुरु साहब जी ने बाणी दे विच बचन भी कहे ने कि गुप्त प्रगट हुए वैसा लोक रखे पाओ। जिथे जावा गुप्त हो जा, जिथे जावा प्रगट हो जावा। इवें दे शब्द वरतते सन। किथे नानक मता, किथे समेर पर्वत, और किथे ये आके बगदाद के कोल इत्थे गुरु साहब जी नूं मिलते हैं। हुण चल बटाले आउणा, 600 कोह ते जाना है। सतगुरु कहते भाई तुसीं ताकत वाले,
कल को मेला होए सकेला, कल नूं मेला खत्म हो जाना है तो तुसी उड़ कर जाहे बेग तहथाना, तुसी तो उड़ के छेती नाल पहुँच जाना है। हम तो मंद मंद तह आवे, जाए काल सो उड़ कै जावै। सतगुरु कहते हैं असीं तो हौली हौली चलण वाले भाई, असीं तो मौज नाल आउणा है। जो कल होना है, जो तुसी उड़ के पहुँच सकते हो, तुसी कल तक पहुँच जाना, अज ही पहुँच जाना है। हमरो तुमरो संग ना होई, शकत अशकत मेल न कोई। हुण जिवें ते असल विच मजाक ही कर रहे सन, इहनूं मजाक कह लईए, निमरता कह लईए। सतगुरु कहंदे ने भाई तुहाडा ते साडा मेल की, शकत अशकत मेल न कोई। एक ताकतवर दा एक कमजोर जे दा आम इंसान दा की मेल है। तुहाडे कोल ताकत आ, असीं नहीं माणे जी, असीं बल तो शक्ति तो ही नहीं। तुम जब गए सुमेर पर, कौस उड़ाए जोर। ये सुन के गोरखनाथ नाले हस पिया ते नाले कहंदा नहीं नहीं तुसीं आम थोड़ी जी। पहली गल तो सुमेर पर्वत ते आम बंदा पहुँच सकदा ही नहीं। उत्थे जाके फिर जिहड़ी तुहाडी तुसीं खड़ा अपनी उड़ाई, इतिहास आप जी ने सरवण किया है, ते खड़ा केवल उड्डी नहीं सी, जिन्ने साडे सिद्ध उत्थे हंकारी सन उन्हां दे सिर विच भी वजदी सी, उड़दे सन। इसे खड़ाव ने तुहाडी ने सिर च मार मार के थल्ले लाए सन। कहंदे उस शक्ति तो तुहाडे कोल है ना। शक्त दिखाई सबन को, कह गयो बल तोर। वो ताकतां वो अजमता शक्तियां सारियां नूं विखाईयां सन, ते अज तुहाडी शक्ति भला कित्थे चली गई। हरे गए क्यों शक्त तुम्हारी, करके बात काहे टिगहारी। हुण ये गोरखनाथ नूं थोड़ा जिहा हंकार भी आ गया, इहनूं लगदा कि जिवें मेरी शक्तियां चलियां गईयां सन, कि शायद गुरु साहिब दी भी चलियां गईयां ने। कहंदे तुसीं शक्तियां हार क्यों गए, कित्थे चलियां गईयां। कि जां विचार चर्चा कर करके सारा कुछ ही हार गए, हुण शक्तियां कम ही नहीं आउंदियां। श्री गुर कहे ना मोहे उड़ाई, श्री परमेश्वर तबे चलाई। सतगुरु जी फिर कहंदे ने, कहंदे गोरखनाथ जी साडे कोल कित्थे ताकत, वो खड़ा सी थोड़ी उड़ाई सी, वो तो परमेश्वर ने कृपा की, उन्हें आप उड़ा दी। नर मैं शक्त ना कैसे होई, एक निरंजन सबको जोई। साडे वर्गे आम मनुख च शक्तियां कित्थों। सतगुरु कहते हैं वो एक निरंजन ही है, एक ओंकार है जिहड़ा सारिया शक्तियों का मालक है, आप ही करता जो करता है। सोई हमको जब उड़ावे, चलिए तुम पीछे हमें आवे। बस ये तो उनकी रजा उनकी कृपा है, जदों सानू उड़ाउंदा है किते लै जांदा चले जाते हैं। सतगुरु कहते हैं भाई 600 को जाना है, पैंडा लंबा है, तुसीं अपनी शक्ति नाल पहुँचो, असीं तुहाडे पिछे आउंदे हैं। अगे मालक की कृपा उन्हें उड़ाउणा कित्थे बिठाउणा है। सुन सिद्धन सब लेन उडारी, गमने तूरण इच्छाचारी। अपनी इच्छा के मुताबिक सिद्ध सारे जिवें पंछी उड़ते हैं उडारियां मार के, पंछियों की स्पीड तो घट होगी तो उड़ते भी बड़े ने। कितक काल पीछे जग साई, पहुँचे परा जाए तिस थाई। सतगुरु जी उस तो काफ़ी समा बाद उत्थे बैठे रहे, बहुत समा बाद धन गुरु नानक साहब जी कहते हैं बालिया फिर चलीए आप कर नेत्र बंद। नेत्र बंद किते एक ओंकार किया, पहुँचे पूरा जाए तिस थाई। सतगुरु जी चल बटाले पहुँच भी गए। ऊंचे थालिक अचल मझारी, ते पर बैठ सुहावत भारी। और अचल बटाले दे विच जिथे गुरु साहब जी पहुँचे ने, उच्ची थां ते जाके बैठे ने, उत्थे बैठे हुए बड़े सोहने लग रहे हैं। पिछे सिद्ध तहां सबे आए, देख आदेश आदेश अलाए।
ਉਹ ਸਿੱਧ ਜਿਹੜੇ ਕਾਫੀ ਸਮੇਂ ਬਾਅਦ ਉੱਥੇ ਪਹੁੰਚੇ ਤੇ ਜਾਂਦਿਆਂ ਕਿ ਵੇਖਦੇ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਅੱਗੇ ਬੈਠੇ ਨੇ, ਸਾਡੇ ਤੋਂ ਪਹਿਲੋਂ ਆ ਗਏ ਨੇ ਤੇ ਪਿੱਛੇ ਬੜੀ ਸੀ, ਆ ਕੇ ਪਹਿਲੋਂ ਤੇ ਸਾਰਿਆਂ ਨੇ ਆਦੇਸ਼ ਕਿਹਾ ਹੈ, ਕਹਿਓ ਕਿ ਇਸ਼ਟੇ ਤੂੰ ਵੱਡਾ ਟਾਮਣ ਕਰਤ ਬਣਾਏ। ਗੋਰਖਨਾਥ ਕਹਿੰਦੇ ਬੜੇ ਇਸ਼ਟੀ ਹੋ, ਇਸ਼ਟੀ ਦਾ ਅਰਥ ਚੇਟਕੀ ਹੋ, ਤੁਸੀਂ ਤਾਂ ਬੜਾ ਬਣਾ ਕੇ ਟੂਣਾ ਜਿਹਾ ਕੀਤਾ ਹੈ। ਹੁਤੋਂ ਪਿਛੇਰੇ ਸਭਣ ਤੇ ਪੂਰਬ ਪਹੁੰਚੇ ਧਾਏ, ਤੁਸੀਂ ਤਾਂ ਸਾਡੇ ਤੋਂ ਬਹੁਤ ਪਿੱਛੇ ਸੋ ਤੇ ਸਾਡੇ ਤੋਂ ਕਿਤੇ ਪਹਿਲੋਂ ਪਹੁੰਚ ਵੀ ਗਏ ਹੋ। ਇਹ ਸਾਡੇ ਨਾਲ ਚਿੱਟਕ ਹੀ ਕੀਤਾ ਨਾ, ਮਜ਼ਾਕ ਹੀ ਕੀਤਾ। ਇਸ਼ਟ ਹਮਾਰਾ ਏਕ ਓੰਕਾਰ, ਗੁਰ ਕੇ ਸ਼ਬਦ ਕਰਿਓ ਨਿਸਤਾਰਾ। ਸਤਿਗੁਰੂ ਕਹਿੰਦੇ ਨੇ ਨਹੀਂ ਸਿੱਧ ਜੀ, ਅਸੀਂ ਇਸ਼ਟੀ ਨਹੀਂ, ਸਾਡਾ ਇਸ਼ਟ ਤੇ ਏਕ ਓੰਕਾਰ ਹੈ, ਸਾਡਾ ਨਿਸ਼ਚਾ ਵੀ ਏਕ ਓੰਕਾਰ ਹੈ। ਬਸ ਗੁਰੂ ਦੇ ਸ਼ਬਦ ਨੇ ਸਾਡਾ ਨਿਸਤਾਰਾ ਕੀਤਾ ਹੈ, ਉਹ ਏਕ ਓੰਕਾਰ ਨੇ ਇੱਥੇ ਪਹੁੰਚਾ ਦਿੱਤਾ ਹੈ। ਸ਼ੰਭੂ ਨਾਥ ਹੈ ਦੁਰਮਤ ਭੀਨਾ, ਬਿਨ ਕਰਤਾਰ ਆਣ ਮਤ ਲੀਨਾ। ਇਹਨਾਂ ਵਿੱਚ ਸ਼ੰਭੂ ਨਾਥ ਹੈ, ਇਹਨੇ ਮਤ ਹਜੇ ਵੀ ਪੈ ਗਈ, ਦੁਰਮਤ ਵਿੱਚ ਭੇਜਿਆ ਹੋਇਆ। ਇਹ ਏਕ ਓੰਕਾਰ ਨੂੰ ਛੱਡ ਕੇ ਇਹਨੇ ਮਤ ਹੋਰ ਹੀ ਕੋਈ ਧਾਰਨ ਕੀਤੀ, ਆਪਣੇ ਆਪ ਨੂੰ ਕਹਿੰਦਾ ਦਸਿਤ ਹੈ। ਸਭ ਸਿਧਣ ਨਿਜ ਆਸਣ ਲਾਏ, ਲੋਕਣ ਤੇ ਬਹੁ ਪੂਜ ਕਰਾਏ। ਇਹ ਨਾ ਸਿੱਧਾ ਤੋਂ ਵੱਖਰਾ ਹੋ ਕੇ ਪਾਸੇ ਜਾ ਕੇ ਬੈਠ ਕੇ ਆਸਣ ਲਾਇਆ, ਲੋਕਾਂ ਤੋਂ ਪੂਜਾ ਕਰਵਾਈ। ਸਿਰ ਗੁਰ ਕੇ ਮੰਨਤਾ ਬਹੁ ਹੋਏ, ਸਿੱਧ ਬਲੋਕ ਗਏ ਜਰ ਸੋਈ। ਪਰ ਇਹਦੇ ਕੋਲ ਜਾ ਕੇ ਇਹਨੇ ਬੈਠ ਤੇ ਗਿਆ ਆਸਣ ਲਾ ਕੇ ਸ਼ੰਭੂਨਾਥ, ਉੱਥੇ ਪਹੁੰਚਿਆ ਕੋਈ ਨਹੀਂ, ਚੜਾਵਾ ਕੋਈ ਨਹੀਂ ਚੜਿਆ, ਚੜ੍ਹਤ ਨਹੀਂ ਹੋਈ। ਪਰ ਗੁਰੂ ਸਾਹਿਬ ਜੀ ਉੱਥੇ ਮਾਨਤਾ ਬੜੀ ਹੋਈ, ਭੀੜ ਲੱਗ ਗਈ। ਇਹ ਵੇਖ ਕੇ ਜਿਹੜੇ ਸਿੱਧ ਨੇ ਸਾਰੇ ਸੜ ਬਣ ਗਏ। ਮੇਲਾ ਵਿਛੜ ਗਇਓ ਜਿਸ ਬੇਰੇ, ਸਿੱਧ ਗਏ ਸਭ ਆਪਣੇ ਡੇਰੇ। ਮੇਲਾ ਵਿਛੜ ਗਿਆ, ਸਿੱਧ ਆਪੋ ਆਪਣੇ ਟਿਕਾਣਿਆਂ ਤੇ ਚਲੇ ਗਏ। ਹੁਣ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਜਿਹੜੀ ਸਿੱਧ ਗੋਸ਼ਟ ਇੱਥੇ ਚੱਡ ਬਟਾਲੇ ਵਿੱਚ ਹੋਈ ਹੈ, ਬੇਨਤੀ ਕਰਦੇ ਹਾਂ, ਇਹ ਪਹਿਲੀ ਵਾਰ ਇਸ ਵਾਰ ਨਹੀਂ ਹੋਈ। ਇਸ ਤੋਂ ਬਾਅਦ ਗੁਰੂ ਸਾਹਿਬ ਜੀ ਨੇ ਕਰਤਾਰਪੁਰ ਸਾਹਿਬ ਤੋਂ ਦੁਬਾਰੇ ਫਿਰ ਅਗਲੇ ਮੇਲੇ ਤੇ ਸ਼ਿਵਰਾਤਰੀ ਤੇ ਆਉਣਾ ਹੈ, ਉਦੋਂ ਇਹਨਾਂ ਸਿੱਧਾਂ ਨੇ ਫਿਰ ਮਿਲਣਾ ਹੈ, ਉਦੋਂ ਗੁਰੂ ਸਾਹਿਬ ਦੇ ਬਚਨ ਬਲਾ ਚ ਹੋਣੇ ਨੇ। ਇੱਥੋਂ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਭਾਈ ਬਾਲੇ ਨੂੰ ਕਹਿੰਦੇ ਨੇ ਕਿ ਬਾਲਿਆ ਹੁਣ ਤਲਵੰਡੀ ਜਾਣਾ ਹੈ, ਉੱਥੇ ਜਾ ਕੇ ਭਾਈ ਮਰਦਾਨੇ ਦੇ ਪੁੱਤਰ ਨੂੰ ਮਿਲਣਾ, ਸ਼ਹਿਜ਼ਾਦੇ ਨੂੰ, ਕਿ ਖੁਰਮਪੁਰ ਲਿਆ ਕੇ ਆਪਾਂ ਬਚਨ ਕੀਤੇ ਸੀ ਉੱਥੇ ਵਸਾਉਣਾ ਹੈ। ਇਹ ਤੋਂ ਗੁਰੂ ਸਾਹਿਬ ਜੀ ਫਿਰ ਜਿਵੇਂ ਤਲਵੰਡੀ ਜਾਣਗੇ, ਇਹ ਪ੍ਰਸੰਗ ਆਪਾਂ ਕੱਲ੍ਹ ਸਾਂਝਾ ਕਰਾਂਗੇ। ਹੋਈਆਂ ਭੁੱਲਾਂ ਦੀ ਖਿਮਾ। ਆਓ 1-2 ਮਿੰਟ ਹੋਰ ਰਸਨਾ ਦੇ ਨਾਲ ਹਾਜ਼ਰੀ ਲਵਾਈਏ, ਫਿਰ ਸਮਾਪਤੀ ਹੈ ਜੀ। ਵਾਹ